ਪਹਿਲਾਂ किसानी आगू सी ते हुण सियासी आगू बन गए ने। हरमीत सिंह कादियां साडे नाल ने। कादियां साहब मुबारक पहला तो ਮੁਬਾਰਕਾਂ ਤਾਂ ਤੁਹਾਨੂੰ ਆ, ਸਾਨੂੰ ਕਾਹਦੀਆਂ ਇਹ ਤਾਂ ਆਪਣੀ ਜਾਨ ਤਲੀ ਤੇ ਲਾਈ ਆ। ਹੁਣ ਜਿਹੜੇ ਅਸੀਂ ਪਹਿਲਾਂ ਕੰਮ ਕਰਦੇ ਸੀ ਉਹ ਇੱਕ ਸੇਵਾ ਸੀ, ਉਹ ਸੇਵਾ ਬਾਬਾ ਜੀ ਨੇ ਸਾਡੇ ਪੱਲੇ ਪਾਈ। ਅਸੀਂ ਕਿਸਾਨੀ ਜਥੇਬੰਦੀਆਂ ਦੀ ਲੜਾਈ ਗਏ ਜਿੱਤੇ। ਹੁਣ ਤਾਂ ਲੋਕਾਂ ਦੇ ਇੱਕ ਪ੍ਰੈਸ਼ਰ ਕਾਰਨ ਵੀ ਤੁਸੀਂ ਇਹਦਾ ਕੋਈ ਹੱਲ ਕੱਢੋ। ਕਾਫੀ ਦੇਰ ਤੇ ਜਿਹੜੇ ਸਾਡੇ ਸਾਥ ਦਿੱਤੇ, ਡਾਕਟਰਸ ਨੇ ਦਿੱਤਾ, ਇੰਜੀਨੀਅਰਸ ਨੇ ਦਿੱਤਾ, ਵਕੀਲਾਂ ਦੇ, ਉਹ ਕਹਿੰਦਾ ਤੁਹਾਨੂੰ ਬਦਲ ਲੈ ਕੇ ਆਉਣਾ ਪੈਣਾ। ਅਸੀਂ ਕਿਹਾ ਵੀ ਅਸੀਂ ਤਾਂ ਇੱਕ ਨੁਮਾਇੰਦਗੀ ਇੱਕ ਜਗ੍ਹਾ ਦੀ ਕਰਦੇ ਹਾਂ, ਕਿਸਾਨੀ ਦੀ ਕਰਦੇ ਹਾਂ। ਉਹ ਲੜਾਈ ਜਿੱਤ ਕੇ ਆ ਗਏ, ਅਸੀਂ ਆਪਣੀ ਲੜਾਈ ਲੜੀ, ਤੁਸੀਂ ਆਪਦੀ ਲੜਾਈ ਲੜ ਲਓ। ਕਹਿੰਦਾ ਵੀ ਸਮਾਜ ਨੂੰ ਤੁਹਾਡੇ ਤੇ ਬੈਠੇ ਬੈਠੇ ਉਹਨੇ ਕਿਹਾ ਵੀ ਸਮਾਜ ਨੂੰ ਤੁਹਾਡੇ ਤੇ ਬਹੁਤ ਆਸਾਂ ਨੇ। ਤਾਂ ਉਸ ਅੱਖਰ 'ਚੋਂ ਅਸੀਂ ਅੱਜ ਸੰਯੁਕਤ ਸਮਾਜ ਮੋਰਚਾ ਬਣਾ ਲਿਆ। ਇਹ ਇੱਕ ਸਿਆਸੀ ਮੋਰਚਾ ਹੋ ਗਿਆ, ਕਿਉਂਕਿ ਅਲੱਗ-ਅਲੱਗ ਫਿਰ ਜਥੇਬੰਦੀਆਂ ਉਹੀ ਪੁਰਾਣੀ ਗੱਲ ਵੀ ਅਲੱਗ-ਅਲੱਗ ਨੇ, ਅਲੱਗ-ਅਲੱਗ ਆਪਣੇ ਉਹਨਾਂ ਦੇ ਇਸ਼ੂ ਨੇ, ਅਲੱਗ-ਅਲੱਗ ਆਈਡੀਓਲੋਜੀ ਨੇ। ਪਰ ਆਪਾਂ ਕਿਹਾ ਮਿਨੀਮਮ ਪ੍ਰੋਗਰਾਮ ਬਣਾ ਕੇ ਆਪਾਂ ਇੱਕ ਸਿਆਸਤ ਦੇ ਵਿੱਚ ਜਾਈਏ, ਲੋਕਾਂ ਨੂੰ ਇੱਕ ਬਦਲ ਦੇਣ ਦੀ ਕੋਸ਼ਿਸ਼ ਕਰੀਏ। ਵੀ ਜਿਹੜਾ ਲੋਕੀ ਉਡੀਕ ਰਹੇ ਨੇ, ਬਹੁਤ ਵੱਡੇ ਲੈਵਲ 'ਤੇ ਸਿਆਸੀ ਪਾਰਟੀਆਂ ਤੋਂ ਲੋਕ ਅੱਕੇ ਪਏ ਨੇ, ਜਿਨ੍ਹਾਂ ਨੇ ਰਾਜ ਕੀਤਾ ਜਾਂ ਕਰਨਾ ਚਾਹੁੰਦੀਆਂ, ਉਹਨਾਂ ਤੋਂ ਸਵਾਲ ਚੱਲ ਰਹੇ ਨੇ। ਸਵਾਲ ਸਾਡੇ ਤੋਂ ਵੀ ਹੋਣਗੇ ਆਉਣ ਸਮੇਂ 'ਚ, ਪਰ ਲੋਕਾਂ ਦੇ ਪ੍ਰੈਸ਼ਰ ਦੇ ਵਿੱਚ ਆ ਕੇ ਅਸੀਂ ਇਸ ਚੀਜ਼ ਨੂੰ ਤਿਆਰ ਹੋ ਗਏ ਹਾਂ ਵੀ ਹੁਣ ਜੇ ਆਪਾਂ ਨੂੰ ਗਾਰੇ ਦੇ ਵਿੱਚ ਡਿੱਗ ਕੇ ਗਾਰਾ ਸਾਫ਼ ਕਰਨਾ ਪੈਣਾ, ਇਸ ਤੋਂ ਇਲਾਵਾ ਸਾਡਾ ਕੋਈ ਹੱਲ ਨਹੀਂ ਦਿਖ ਰਿਹਾ ਸੀ। ਇਸ ਲਈ ਤੁਹਾਡੇ ਮੋਰਚਾ ਤੁਹਾਡੇ ਸਾਹਮਣੇ, ਪੰਜਾਬ ਸਾਹਮਣੇ ਪੇਸ਼ ਕਰਤਾ। ਇਹ ਸਮਾਜੀ ਮੋਰਚਾ, ਇਹਦਾ ਇੱਕ ਕਲੀਅਰ ਕੱਟ ਆ, ਸੈਕੂਲਰ ਆ, ਪੰਜਾਬ ਦਾ ਵਾ, ਪੰਜਾਬੀਆਂ ਦਾ ਵਾ। ਤੁਸੀਂ ਦੇਖਿਆ ਹੋਣਾ ਸਭ ਤੋਂ ਉੱਪਰ ਪੰਜਾਬੀ ਲਿਖੀ ਸੀ। ਅਤੇ ਇਸ ਮੋਰਚੇ ਦੇ ਵਿੱਚ ਹਰ ਵਰਗ ਹੋਊਗਾ, ਸਮਾਜ ਦਾ ਹੋਊਗਾ, ਬਿਜ਼ਨਸਮੈਨ ਹੋਊਗਾ, ਇੰਡਸਟਰੀਲਿਸਟ ਹੋਊਗਾ, ਦੁਕਾਨਦਾਰ ਵੀਰ ਹੋਊਗਾ, ਜੋਬ ਵਾਲੇ ਹੋਣਗੇ, ਰਿਕਸ਼ਾ ਪੁਲਰ ਹੋਣਗੇ, ਸਾਰੇ ਵਰਗ ਸਮਾਜ ਨੂੰ ਕਵਰ ਕਰਨਾ। ਅਤੇ ਬਹੁਤ ਵੱਡੇ ਲੈਵਲ 'ਤੇ ਸਮਾਜ ਦੇ ਫੋਨ ਆਏ ਹੋਏ ਨੇ ਵੀ ਤੁਸੀਂ ਅੱਗੇ ਲੱਗੋ, ਅਸੀਂ ਤੁਹਾਡੇ ਨਾਲ ਆ। ਬਿਲਕੁਲ ਠੀਕ ਹੈ। ਕਿੰਨਾ ਔਖਾ ਸੀਗਾ ਪਹਿਲਾਂ ਜਥੇਬੰਦੀਆਂ ਨੂੰ ਕਿਸਾਨਾਂ ਵੱਲ ਤੋਰਨਾ, ਕਿਸਾਨੀ ਅੰਦੋਲਨ ਵੱਲ ਤੋਰਨਾ, ਅਤੇ ਹੁਣ ਸਿਆਸਤ ਦੇ ਮੰਚ ਵੱਲ ਤੋਰਨਾ? ਦੇਖੋ, ਪਹਿਲੀ ਗੱਲ ਤਾਂ ਜਿਹੜਾ ਕਿਸਾਨੀ ਵੱਲ ਤੋਰਨਾ ਉਹ ਤਾਂ ਸਾਡੇ ਮਸਲੇ ਸੀਗੇ, ਅੱਜ ਵੀ ਖੜ੍ਹੇ ਨੇ। ਕਿਤੇ ਅੱਜ ਮਸਲੇ ਖਤਮ ਨਹੀਂ ਹੋ ਗਏ ਕਿਸਾਨੀ ਦੇ। ਕਰਜ਼ਾ ਜਿਉਂ ਦੇ ਤਿਉਂ ਆ, ਫਸਲੀ ਚੱਕਰ ਤੋਂ, ਵਿਭਿੰਨਤਾ ਤੋਂ ਬਾਹਰ ਹੀ ਨਹੀਂ ਨਿਕਲ ਰਹੇ। ਨਵਾਂ ਕੋਈ ਪੋਲਿਸੀ ਨਹੀਂ ਆ ਰਹੀ, ਸੈਂਟਰਲ ਵੱਲੋਂ ਕੋਈ ਹੈਲਪ ਹੀ ਨਹੀਂ ਹੋ ਰਹੀ। ਅੱਜ ਵੀ MSP ਦੇ ਕਮੇਟੀ ਬਣਾ ਕੇ ਉਹਨਾਂ ਨੇ ਸਾਰਿਆ, ਅੱਜ ਵੀ MSP ਦੀ ਕਮੇਟੀ ਦਾ ਹਾਲੇ ਮੈਂਬਰਸ਼ਿਪ ਨਹੀਂ ਲਿੱਤੇ। ਬੜੀਆਂ ਗੱਲਾਂ ਨੇ। ਜਿਹੜਾ ਜ਼ਿਆਦਾ ਦਰਦ ਸੀ ਸਾਨੂੰ ਉਦੋਂ ਪਿਆ ਜਦੋਂ 720 ਕਿਸਾਨ ਅਸੀਂ ਸ਼ਹੀਦ ਹੋ ਗਏ। ਐਡੇ ਮੋਰਚੇ ਦੇ ਵਿੱਚ ਜਿਹੜਾ ਬਿਨਾਂ ਹਥਿਆਰਾਂ ਤੋਂ ਮੋਰਚਾ ਲੜਿਆ, ਉਹਦੇ ਵਿੱਚ ਵੀ 720 ਕਿਸਾਨ ਸ਼ਹੀਦ ਹੋ ਗਏ। ਤਾਂ ਸਾਨੂੰ 3 ਬਿੱਲ ਸਿਰਫ ਇੱਕ ਰਿਪੀਲ ਕਰਾਉਣ ਨੂੰ 1.25 ਸਾਲ ਲੱਗ ਗਿਆ। ਇਹ ਇੱਕ ਦਰਦਨਾਕ ਸਾਡੀ ਕਹਾਣੀ ਸੀ। ਇਹਨੂੰ ਕਿਸੇ ਨੇ ਅੱਜ ਤੱਕ ਅਸੀਂ ਦੱਸਿਆ ਨਹੀਂ, ਪਰ ਅਸੀਂ ਜੋਸ਼ ਹੋਸ਼ ਨਾਲ ਲੱਗੇ ਰਹੇ। ਪਰ ਸਾਨੂੰ 3 ਬਿੱਲ ਖਾਤਰ 1.25 ਸਾਲ ਰਹਿ ਗਿਆ। ਸਾਡਾ ਕਿੰਨਾ ਯੂਥ ਉੱਤੇ ਲੱਗਿਆ, ਸਾਡੇ ਕਿੰਨੇ ਮਾਵਾਂ ਭੈਣਾਂ ਨੇ ਸਾਥ ਦਿੱਤਾ, ਸਾਡਾ ਕਿੰਨਾ ਰਕਮ ਲੱਗ ਗਈ ਉੱਥੇ, ਸਾਡਾ ਕਿੰਨਾ ਸਮਾਂ ਲੱਗ ਗਿਆ ਇੱਕ ਜ਼ਿੰਦਗੀ ਦਾ 3 ਰਿਪੀਲ ਕਰਾਉਣ ਨੂੰ। ਜਿਹੜਾ ਸਾਡੇ 'ਤੇ ਟੈਕਸ ਸੀ, ਜਿਹੜੇ ਕਾਲੇ ਕਾਨੂੰਨ ਸੀ, ਅਤੇ ਆਉਣ ਵਾਲੇ ਸਮੇਂ 'ਚ ਉਹ ਤਾਂ ਕਾਨੂੰਨ ਮਿੰਟਾਂ 'ਚ ਬਣਾ ਦਿੰਦੇ ਆ। ਆਰਡੀਨੈਂਸ ਕੱਢਣ ਨੂੰ ਉਹ 4 ਮਿੰਟਾਂ 'ਚ ਉਹਨਾਂ ਨੇ ਰਿਪੀਲ ਪਿੱਛੇ ਲੈ ਲਿਆ, ਅਤੇ ਸਾਡਾ 1.25 ਸਾਲ ਲਾ ਲਿਆ। ਕਿਉਂ ਨਾ ਉੱਥੇ ਪਹੁੰਚੀਏ ਜਿੱਥੇ ਇਹ ਕਾਨੂੰਨ ਸਾਡੇ ਉਲਟ ਬਣਦੇ ਨੇ? ਕੀ ਗਰੰਟੀ ਹੈ ਜੇ ਤੁਸੀਂ ਹੁਣ ਸਿਆਸਤ ਦੇ ਵਿੱਚ ਆ ਗਏ, ਤੁਸੀਂ ਇੱਕ ਸੂਬੇ ਦੀ ਸਿਆਸਤ ਕਰਨੀ ਹੈ, ਕੇਂਦਰ ਸਰਕਾਰ ਹੁਣ ਕਾਨੂੰਨ ਲੈ ਆਉਂਦੀ ਹੈ, ਅਤੇ ਫਿਰ ਤੁਹਾਡੀ ਭਾਗੀਦਾਰੀ ਕੀ ਹੋਏਗੀ? ਫਿਰ ਕਿਸ ਤਰੀਕੇ ਨਾਲ ਮੋਰਚਾ ਲੜੋਗੇ? ਦੇਖੋ, SKM ਐਗਜ਼ਿਸਟ ਕਰਦੀ ਆ, ਇੱਕ ਲੈਬ, ਇਹ ਕੁਛ ਜਥੇਬੰਦੀਆਂ ਨੇ ਬਣਾਇਆ ਮੋਰਚਾ। SKM ਐਜ਼ ਇਟ ਇਜ਼ ਐਗਜ਼ਿਸਟ ਕਰ ਰਹੀ ਆ। ਉਹ ਆਪਣੀ ਸਾਡੀ ਜਥੇਬੰਦੀਆਂ ਨੇ, ਉਹ ਐਜ਼ ਇਟ ਇਜ਼ ਐਗਜ਼ਿਸਟ ਕਰ ਰਹੀਆਂ ਨੇ। ਉਹ ਆਪਣੀ ਵਰਕਿੰਗ ਕਰਨਗੀਆਂ, ਕਰਜ਼ੇ ਦੇ ਉੱਤੇ ਲੜਨਗੀਆਂ। ਜੇ ਸਾਡੀ ਸਰਕਾਰ ਆਉਂਦੀ ਹੈ, ਸਾਡੇ ਉਲਟ ਵੀ ਲੜਨਗੀਆਂ। ਜੋ ਉਹਨਾਂ ਦੀ ਮੰਗਾਂ ਨੇ ਉਹ ਆਪਣਾ ਕੰਮ ਕਰਨਗੀਆਂ। ਇੱਕ ਆਪਾਂ ਪੈਰਲਲ ਫਰੰਟ ਬਣਾਤਾ। ਇੱਕ ਸੜਕਾਂ ਵਾਲਾ ਫਰੰਟ ਹੋ ਗਿਆ, ਇੱਕ ਇਹ ਫਰੰਟ ਵਿਹਲਾ ਛੱਡਿਆ ਹੋਇਆ ਸੀ। ਜਿਹੜੇ ਚੰਗੇ ਬੰਦਿਆਂ ਨੂੰ ਕੋਈ ਨਿਸ਼ਾਨ ਨਹੀਂ ਮਿਲ ਰਿਹਾ ਸੀ। ਚੌਥੇ ਧਿਰ ਬਾਰੇ ਆਪਾਂ ਤਿੰਨ ਇਲੈਕਸ਼ਨਾਂ ਤੋਂ ਆਪਾਂ ਉਡੀਕ ਰਹੇ ਹਾਂ। ਤਾਂ ਉਹ ਇੱਕ ਨਵਾਂ ਪਲੇਟਫਾਰਮ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਸਰ, 2 ਰਾਹ ਦਿਖ ਰਹੇ ਨੇ। ਇੱਕ ਤਾਂ ਦੇਖੋ ਸਿਆਸਤ ਵਾਲਾ ਰਾਹ ਹੈ, ਦੂਜਾ SKM ਵਾਲਾ ਰਾਹ ਹੈ। ਤੁਸੀਂ ਹੁਣ SKM ਵਾਲੇ ਰਾਹ ਤੋਂ ਸਿਆਸਤ ਵਾਲੇ ਰਾਹ 'ਤੇ ਆ ਗਏ ਹੋ। ਹਾਲੇ ਤੁਸੀਂ ਕਹਿ ਰਹੇ ਸੀ ਮੋਰਚਾ ਸਸਪੈਂਡ ਕੀਤਾ, ਖਤਮ ਨਹੀਂ ਕੀਤਾ। ਮੰਗਾਂ ਹਾਲੇ ਵੀ ਬਹੁਤ ਪਈਆਂ ਨੇ। MSP ਸਭ ਤੋਂ ਵੱਡੀ ਮੰਗ ਹੈ। ਕਿੱਦਾਂ ਕਰਾ ਦੋਗੇ ਲਾਗੂ? ਉਹ ਜਦੋਂ ਤੁਸੀਂ ਦੁਬਾਰਾ ਜਾਓਗੇ ਉਹਨਾਂ ਕੋਲ ਮੋਰਚਾ ਲਾਉਣ, ਕਹਿਣਗੇ ਸਿਆਸੀ ਬੰਦੇ ਹੋ ਤੁਸੀਂ। ਪਹਿਲਾਂ ਤੁਸੀਂ ਕਹਿੰਦੇ ਸੀ ਗੈਰ ਸਿਆਸੀ ਹੈ। ਇਹ ਗੈਰ ਸਿਆਸੀ ਜਥੇਬੰਦੀਆਂ ਨੇ ਇੱਕ ਫਰੰਟ ਪੇਸ਼ ਕਰਤਾ, ਆਪਦੇ ਬੱਚਿਆਂ ਨੂੰ ਅੱਗੇ ਲਾਤਾ ਵੀ ਤੁਸੀਂ ਕੁਛ ਕਰ ਸਕਦੇ ਹੋ। ਇੱਕ ਫਰੰਟ ਆ, ਜਿਹੜਾ ਕੰਮ ਅਸੀਂ ਮੋਰਚਾ ਲਾ ਕੇ ਕੰਪਲੀਟ ਕਰ ਸਕਦੇ ਹਾਂ ਉਹ ਮੋਰਚੇ ਥਰੂ ਹੋਊਗਾ। 3 ਤਰ੍ਹਾਂ ਨਾਲ ਲੜਾਈ ਲੜੀ ਜਾਂਦੀ ਹੈ ਜੀ ਇੱਥੇ ਡੈਮੋਕ੍ਰੇਸੀ ਦੇ ਵਿੱਚ। ਇੱਕ ਆਪਾਂ ਮੋਰਚਾ ਲਾ ਕੇ ਜਿਹੜਾ ਆਪਾਂ ਡੈਮੋਕ੍ਰੈਟਿਕ ਵੇ ਨਾਲ ਜਿੱਤ ਕੇ ਆਏ ਹਾਂ, ਉਹ ਲੜਾਈ ਆ, ਉਹ ਲੜਾਈ ਦਰੁਸਤ ਆ। ਦੂਜੀ, ਆਪਾਂ ਡੈਮੋਕ੍ਰੈਟਿਕ ਸਟੇਟ 'ਚ ਬੈਠੇ ਹਾਂ।
ਇਹਦੇ ਵਿੱਚ ਜਿਨ੍ਹਾਂ ਲੋਕਾਂ ਨੇ ਸਾਨੂੰ ਮੋਰਚਾ ਲਾਉਣ ਲੱਗੇ ਮਦਦ ਕੀਤੀ, ਉਹਨਾਂ ਦੀ ਕੁਐਸਚਨਿੰਗ ਸੀ ਵੀ ਤੁਹਾਡੇ ਪਿੱਛੇ ਅਸੀਂ ਖੜੇ ਹਾਂ, ਹੁਣ ਸਾਨੂੰ ਵੀ ਕੁਝ ਡਾਇਰੈਕਸ਼ਨਸ ਦਿਓ ਵੀ ਕਿਹੜੇ ਹਿਸਾਬ ਨਾਲ ਆਪਾਂ ਕਰੀਏ, ਕਿਉਂਕਿ ਬਹੁਤ ਵੱਡੇ ਲੈਵਲ 'ਤੇ ਮੋਰਚਾ ਲੱਗਿਆ ਕਿ ਛੋਟਾ ਨਹੀਂ ਸੀ। 47 ਤੋਂ ਪਹਿਲਾਂ ਤਾਂ ਕੋਈ ਹੋਊਗਾ ਮੈਨੂੰ ਪਤਾ ਨਹੀਂ, ਪਰ ਅੱਜ 70 ਸਾਲ ਦੇ ਰਿਕਾਰਡ 'ਚ ਐਡਾ ਵੱਡਾ ਮੋਰਚਾ ਨਹੀਂ ਲੱਗਿਆ। ਤਾਂ ਇੱਕ ਬਹੁਤ ਵੱਡੀ ਸੰਖਿਆ ਦੇ ਵਿੱਚ ਸਾਡੇ ਲੋਕਾਂ ਨੇ ਮਦਦ ਕੀਤੀ ਆ, ਆਮ ਬੰਦਿਆਂ ਨੇ, ਕਿ ਨਹੀਂ ਕਿਸਾਨਾਂ ਤੋਂ ਤਾਂ 10-15 ਦਿਨ ਚੱਲਿਆ ਕਿਸਾਨਾਂ ਦਾ ਮੋਰਚਾ, ਉਦੋਂ ਬਾਅਦ ਤਾਂ ਜਨ ਅੰਦੋਲਨ ਬਣ ਗਿਆ। ਉਹਨਾਂ ਦੀਆਂ ਆਸਾਵਾਂ ਸਾਡੇ 'ਤੇ ਜਦੋਂ ਇੰਨੀਆਂ ਜ਼ਿਆਦੀਆਂ ਵੱਧ ਗਈਆਂ, ਅਤੇ ਉਹਨਾਂ ਦੀਆਂ ਛਾਵਾਂ 'ਤੇ ਖਰਾ ਉਤਰਨਾ ਜਾਂ ਉਹਨਾਂ ਲਈ ਖੜਨਾ, ਅਸੀਂ ਖੜਨੋਂ ਵੀ ਭੱਜ ਗਏ। ਜੇ ਕੋਈ ਜਥੇਬੰਦੀਆਂ ਅੱਜ ਗੈਰ ਸਿਆਸੀ ਤੌਰ 'ਤੇ ਕੰਮ ਕਰ ਰਹੀਆਂ, ਅਸੀਂ ਕਿਹੜਾ ਕੁਐਸਚਨਿੰਗ ਕਰ ਰਹੇ ਹਾਂ, ਉਹ ਠੀਕ ਆ, ਅਸੀਂ ਵੀ ਉੱਦਾਂ ਸੀਗੇ, ਪਰ ਇੱਕ ਮੋਰਚੇ ਨੇ ਨਵੀਂ ਲੀਕ ਤੋੜ ਕੇ ਨਵੀਂ ਲੀਕ ਪਾਈ ਆ। ਤੀਜਾ ਜਿਹੜਾ ਢੰਗ ਹੁੰਦਾ ਉਹ ਹੁੰਦਾ ਕੋਰਟ ਦਾ। ਕੋਰਟ ਤੋਂ ਵੀ ਅਸੀਂ ਲੰਘ ਕੇ ਕਰਕੇ ਸੜਕਾਂ 'ਤੇ ਬੈਠ ਕੇ ਵੀ ਮੋਰਚਾ ਲਾ ਕੇ ਤੁਹਾਡੇ ਸਾਹਮਣੇ ਅਸੀਂ ਦਿਖਾਤਾ ਵੀ ਜਿੱਤਿਆ ਵੀ ਆ, ਤੇ ਪਰ ਬਹੁਤ ਲੰਬਾ ਸਮਾਂ ਲੱਗ ਗਿਆ। ਕਿਉਂ ਲੰਬੇ ਸਮੇਂ ਦੀ ਜਗ੍ਹਾ ਇੱਕ ਪੈਰਲਲ ਇੱਕ ਹੋਰ ਮੋਰਚਾ ਬਣਾਇਆ ਜਾਵੇ ਜਿਹੜਾ ਪੋਲੀਟੀਕਲ ਤੌਰ 'ਤੇ ਚੱਲੇ। ਅੱਜ ਮੈਨੂੰ ਲੱਗ ਰਿਹਾ ਕਿ ਬੀਜੇਪੀ ਸਹੀ ਹੋ ਗਈ। ਬੀਜੇਪੀ ਕਹਿੰਦੀ ਸੀ ਕਿ ਮੋਦੀ ਸਾਹਿਬ ਦੀ ਇਮੇਜ ਖਰਾਬ ਕਰਨਾ ਚਾਹੁੰਦੇ ਨੇ, ਖੁਦ ਸਿਆਸਤ ਦੇ ਵਿੱਚ ਆਉਣਾ ਚਾਹੁੰਦੇ ਨੇ, ਤਾਂ ਮੈਨੂੰ ਲੱਗਦਾ ਅੱਜ ਉਹ ਬਿਲਕੁਲ ਸਹੀ ਹੋ ਗਏ। ਜੇ ਅਸੀਂ ਸਿਆਸਤ 'ਚ ਆਉਣਾ ਚਾਹੁੰਦੇ ਹੁੰਦੇ, ਸਾਡੇ ਕੋਲ ਤਾਂ ਪੋਲੀਟੀਕਲ ਪਾਰਟੀਆਂ ਆਉਂਦੇ ਸਾਰੀ ਚਗਾਠਾਂ ਪੜਦੀਆਂ ਫਿਰਦੀਆਂ ਸੀਗੀਆਂ, ਪਾਰਟੀਆਂ ਦੀ ਸਾਰੀਆਂ ਹੀ, ਜਿਹੜਾ ਨਾਂ ਲਓਗੇ ਉਹ ਸਾਰੀਆਂ ਹੀ। ਉਹਦਾ ਤੁਹਾਡੇ ਸਾਹਮਣੇ ਵੀ ਪੇਸ਼ ਹੋਇਆ ਵੀ ਪਿਛਲੇ ਸਮੇਂ 'ਤੇ ਰਾਜੇਵਾਲ ਸਾਹਿਬ ਨੂੰ ਕਿਹੜੇ ਵੱਲੋਂ ਗੱਲੋਂ ਆਫਰਸ ਨਹੀਂ ਆਈਆਂ, ਪਰ ਉਹ ਚੀਜ਼ ਨੂੰ ਉੱਦਾਂ ਸਿਆਸਤ ਜਾਣ ਨਾਲੋਂ ਅਸੀਂ ਫਰੰਟ ਬਣਾਉਣਾ ਬੈਟਰ ਸਮਝਿਆ। ਹੋਲਡ 'ਤੇ ਰੱਖੀਆਂ ਨੇ ਜਾਂ ਫਿਰ ਉਹ ਕੈਂਸਲ ਕਰ ਦਿੱਤੀਆਂ ਨੇ? ਕੈਂਸਲ ਕਰਤੀਆਂ ਜੀ, ਕਦੇ ਵੀ, ਹਮੇਸ਼ਾ ਲਈ ਕੈਂਸਲ ਨੇ ਜੀ। ਅਸੀਂ ਮੁੜ ਕੇ ਜਥੇਬੰਦੀਆਂ 'ਚ ਜਾ ਸਕਦੇ ਹਾਂ, ਉਹਨਾਂ ਪੋਲੀਟੀਕਲ ਪਾਰਟੀ 'ਚ ਨਹੀਂ ਜਾ ਸਕਦੇ। ਆਮ ਆਦਮੀ ਪਾਰਟੀ 'ਚ ਵੀ ਜਾ ਸਕਦੇ, ਜਿਹੜੀਆਂ ਵੀ ਸਾਡੇ ਧਿਰ ਨਾਲ ਸਹਿਮਤ ਕਰਨਗੀਆਂ, ਜਿੱਡੀ ਰਾਜਨੀਤੀ 'ਚ ਜਿਹੜਾ ਹੋਊਗਾ ਆਹ ਮੋਰਚਾ ਰਹੂਗਾ, ਐਗਜ਼ਿਸਟ ਕਰੂਗਾ। ਨਹੀਂ, ਆਮ ਆਦਮੀ ਪਾਰਟੀ ਤੁਹਾਨੂੰ ਕਹਿੰਦੀ ਹੈ ਕਿ ਆਓ ਤੁਹਾਡੇ ਨਾਲ ਲੜਾਂਗੇ, ਜਿਵੇਂ ਤੁਸੀਂ ਕਹਿੰਦੇ ਹੋ ਕਿ ਇਸ ਤਰੀਕੇ ਨਾਲ ਚੱਲਣਾ, ਇਸ ਤਰੀਕੇ ਨਾਲ ਵੀ ਚੱਲਾਂਗੇ, ਫਿਰ ਚੱਲਣ ਲਈ ਤਿਆਰ ਹੋ? ਕੋਈ ਵੀ ਪਾਰਟੀ ਕਹਿ ਸਕਦੀ ਆ, ਪਰ ਅਸੀਂ ਆਪਣੇ ਮੁੱਦਿਆਂ ਨਾਲ ਲੜਾਈ ਲੜਨੀ ਆ। ਆਮ ਆਦਮੀ ਪਾਰਟੀ ਨਾਲ ਲੜਨੀ, ਮੁੱਦੇ ਰੱਖਾਂਗੇ, ਮੰਗਾਂ ਨਹੀਂ ਰੱਖਾਂਗੇ, ਮੁੱਦੇ ਰੱਖਾਂਗੇ, ਜਿਹੜੇ ਮੁੱਦਿਆਂ ਨਾਲ ਲੜਾਈ ਹੋਊਗੀ। ਕਹਿ ਰਹੇ ਨੇ ਮੁੱਦੇ, ਕਹਿ ਰਹੇ ਨੇ ਕਿ ਸੋਲਵ ਕਰਾਂਗੇ, ਘਰ ਘਰ ਰੁਜ਼ਗਾਰ ਦੀ ਉਹ ਵੀ ਗੱਲ ਕਰ ਰਹੇ ਨੇ, 1000 ਰੁਪਏ ਮਹਿਲਾਵਾਂ ਨੂੰ ਦੇਣ ਦੀ ਗੱਲ ਕਰ ਰਹੇ ਹੋ। ਫਿਰ ਜਿਹੜੀਆਂ ਉਹ ਕੇਜਰੀਵਾਲ ਸਾਹਿਬ ਨੇ ਗਰੰਟੀਆਂ ਦਿੱਤੀਆਂ ਨੇ, ਉਹ ਫਿਰ ਤੁਹਾਡੇ 'ਤੇ ਵੀ ਲਾਗੂ ਹੋ ਜਾਣਗੇ? ਉਸ ਗਰੰਟੀਆਂ ਉਹਨਾਂ ਦੀਆਂ ਨੇ, ਸਾਡੇ ਮੁੱਦੇ ਨੇ, ਇਹ ਆਉਣ ਵਾਲਾ ਸਮਾਂ ਦੱਸੂਗਾ। ਅੱਜ ਮੋਰਚਾ ਅਸੀਂ ਐਗਜ਼ਿਸਟ ਕੀਤਾ, ਪ੍ਰੈਸ਼ਰ ਦੇ ਵਿੱਚ, ਲੋਕਾਂ ਦੇ ਪ੍ਰੈਸ਼ਰ 'ਚ ਕੀਤਾ। ਜਥੇਬੰਦੀਆਂ ਨੇ ਬੈਠ ਕੇ ਲੰਬਾ ਸਮਾਂ ਤੁਸੀਂ ਕਵਰ ਕਰਦੇ ਰਹੇ ਹੋ, ਵੀ ਮੰਥਨ ਚੱਲ ਰਿਹਾ ਸੀ, ਘੱਟੋ ਘੱਟ 10 ਦਿਨ ਹੋ ਗਿਆ ਆਪਾਂ ਨੂੰ ਮੀਟਿੰਗਾਂ ਕਰਦੀ, ਕਦੀ ਮੁੱਲਾਪੁਰ ਕਰਦੇ ਸੀ, ਕਦੀ ਉਰੇ ਕਰਦੇ ਸੀ, ਜਾਂ ਕਿਤੇ ਡਿਫਰੈਂਟ ਜਗ੍ਹਾ 'ਤੇ ਕਰਦੇ ਸੀ। ਅਤੇ ਉਹ ਮੀਟਿੰਗਾਂ ਕਰ ਬੰਧਨ ਗੱਲ ਕਰ ਵੀ ਇਹ ਜਾਣਾ ਚਾਹੀਦਾ, ਨਹੀਂ ਜਾਣਾ ਚਾਹੀਦਾ। ਅਲਟੀਮੇਟਲੀ ਅਸੀਂ ਫੈਸਲਾ ਲਿੱਤਾ ਵੀ ਅਸੀਂ ਜਾਵਾਂਗੇ। ਹੁਣ ਜਿਹੜੀ ਅਗਲਾ ਮੈਨੀਫੈਸਟੋ ਦੀ ਆ, ਮੁੱਦਿਆਂ ਦੀ ਆ, ਜਾਂ ਅਗਲੀ ਰਣਨੀਤੀ ਆ, ਉਹ ਅਸੀਂ ਅਧਿਕਾਰ ਸਾਰੇ ਰਾਜੇਵਾਲ ਸਾਹਿਬ ਨੂੰ ਦੇ ਦਿੱਤੇ। ਇੱਕ ਚਰਚਾ ਲੋਕ ਕਹਿੰਦੇ ਨੇ ਕਿ ਜੇ ਕਿਸੇ ਵੀ ਪਾਰਟੀ 'ਚ ਨਹੀਂ ਜਾਂਦੇ, ਜਿਸ ਤਰੀਕੇ ਨਾਲ ਤੁਸੀਂ ਹੁਣ ਕਹਿ ਰਹੇ ਹੋ ਅੱਜ ਦੀ ਡੇਟ ਦੇ ਵਿੱਚ ਕਿ ਮੋਰਚੇ ਨਾਲ ਰਹਿੰਦੇ ਹੋ, ਫਿਰ ਭਾਵੇਂ ਪ੍ਰੋ ਅਕਾਲੀ ਹੈ, ਭਾਵੇਂ ਪ੍ਰੋ ਆਮ ਆਦਮੀ ਪਾਰਟੀ ਹੈ ਜਾਂ ਕਾਂਗਰਸ ਵਾਲਾ, ਤਾਂ ਉਹਨਾਂ ਦੀ ਜਿਹੜੀ ਵੋਟ ਹੈ ਉਹ ਵੀ ਕਿਸਾਨਾਂ ਵੱਲ ਸ਼ਿਫਟ ਹੋ ਸਕਦੀ ਹੈ। ਤੁਹਾਨੂੰ ਲੱਗਦਾ ਨਹੀਂ ਕਿ ਜੇ ਤੁਸੀਂ ਇੱਕ ਪਾਰਟੀ ਦਾ ਪੱਲਾ ਫੜ ਲੈਂਦੇ ਹੋ ਤਾਂ ਦੋ ਪਾਰਟੀਆਂ ਨੂੰ ਤੁਸੀਂ ਨਾਰਾਜ਼ ਕਰ ਲਓਗੇ, ਵੋਟਰਾਂ ਨੂੰ ਨਾਰਾਜ਼ ਕਰ ਲਓਗੇ? ਦੇਖੋ, ਅਸੀਂ ਤਾਂ ਨਵੇਂ ਜਿਹੇ ਆਏ ਹਾਂ, ਐਡੀ ਗਿਣਤ ਆਉਂਦੀ ਨਹੀਂ, ਪਰ ਕਰਾਂਗੇ ਜ਼ਰੂਰ, ਗਿਣਤੀ ਮਿਣਤੀ ਕਰਾਂਗੇ। ਜਿਹੜੀ ਗਿਣਤੀ ਮਿਣਤੀ ਨਾਲ ਅਸੀਂ ਰਾਜ 'ਚ ਆ ਸਕਦੇ ਹਾਂ ਉਹ ਕੋਸ਼ਿਸ਼ ਕਰਾਂਗੇ, ਕਿਉਂਕਿ ਅਸੀਂ ਜਿੱਤਣਾ ਹੈਗਾ, ਜਿੱਦਾਂ ਮਰਜ਼ੀ ਜਿੱਤੀਏ। ਦੇਖੋ, ਹਾਰਨ ਵਾਸਤੇ ਲੜੇ ਨਹੀਂ, ਕਿਸੇ ਦੇ ਨੂੰ ਹਰਾਉਣ ਵਾਸਤੇ ਨਹੀਂ ਅਸੀਂ ਆਏ, ਨਾ ਅਸੀਂ ਤੋਹਮਤਾਂ ਵਾਸਤੇ ਆਏ ਹਾਂ ਵੀ ਕਿਸੇ ਨੂੰ ਤੋਹਮਤਾਂ ਲਾ ਦਈਏ, ਤੁਹਾਡਾ ਰਾਜ ਚੱਲਿਆ ਸੀ, ਤੁਸੀਂ ਆਹ ਨਹੀਂ ਕੀਤਾ, ਉਹ ਨਹੀਂ ਕੀਤਾ। ਉਹ ਤੋਹਮਤਾਂ 'ਚ ਮੈਂ ਤਾਂ ਘੱਟੋ ਘੱਟ ਵਿਸ਼ਵਾਸ ਨਹੀਂ ਕਰਦਾ। ਮੈਂ ਪਰਸਨਲ ਵੀ ਇੱਕ ਬੰਦੇ ਦੀ ਆਪ ਦੀ ਆਈਡੀਓਲੋਜੀ ਹੁੰਦੀ ਆ ਵੀ ਆਪ ਦੀ ਲੀਕ ਵੱਡੀ ਕਰਕੇ ਮੂਹਰੇ ਆਓ, ਨਾ ਕਿ ਕਿਸੇ ਦੀ ਲੀਕ ਕੱਟ ਕੇ। ਅੱਛਾ, ਪੰਜਾਬ ਦੇ ਮੁੱਦਿਆਂ ਦੀ ਗੱਲ ਕਰ ਲੈਂਦੇ ਹਾਂ। ਪੰਜਾਬ ਦੇ ਮੁੱਦੇ ਬਹੁਤ ਨੇ, ਇਸ਼ੂ ਬਹੁਤ ਨੇ। ਪੰਜਾਬ ਕਰਜ਼ਈ ਹੈ, ਪੰਜਾਬ ਪੈਰਾਂ ਸਿਰ ਕਿੱਦਾਂ ਖੜਾ ਕਰੋਗੇ? ਤੁਹਾਡੇ ਕੋਲ ਵਿਕਲਪ ਕੀ ਹੈ? ਕਿੱਥੋਂ ਲਿਆਓਗੇ ਪੈਸਾ? ਐਡਮਿਨਿਸਟ੍ਰੇਸ਼ਨ ਸਹੀ ਕਰਕੇ। ਬਹੁਤ ਵੱਡਾ ਐਡਮਿਨਿਸਟ੍ਰੇਸ਼ਨ ਫੇਲੀਅਰ ਆ, ਇਹ ਆਪਾਂ ਸਾਰਿਆਂ ਨੂੰ ਪਤਾ। ਇੰਨਾ ਸੌਖਾ ਹੈਗਾ ਸਿਸਟਮ ਨੂੰ ਸੁਧਾਰਨਾ? ਜਿੱਤ ਕੇ ਫੜਾਓ ਤਾਂ ਸਹੀ, ਜੇ ਨਾ ਕੀਤਾ ਲਾ ਦਿਓ। ਦਾ ਚੈਲੰਜ ਕਬੂਲ ਕਰਨਾ ਪੈਣਾ। ਤੁਹਾਡੀ ਵਰਕਮੈਨਸ਼ਿਪ ਦੱਸੂਗੀ, ਗੱਲਾਂ ਕਰਕੇ ਕੀ ਫਾਇਦਾ? ਗੱਲਾਂ ਤਾਂ ਮੇਰੇ ਤੋਂ ਵੱਡੇ ਵੱਡੇ ਲੀਡਰ ਬੈਠੇ ਆ, ਬੜੇ ਲੰਬੀ ਛੱਡ ਦੇਣਗੇ, ਮੈਂ ਕਿਉਂ ਵਾਅਦਾ ਕਰਾਂ? ਜਦੋਂ ਤੁਸੀਂ ਐਡਮਿਨਿਸਟ੍ਰੇਸ਼ਨ ਦੇ ਵਿੱਚ ਆਓਗੇ, ਤੁਸੀਂ ਉਹਨੂੰ ਫਾਈਟ ਕਰੋਗੇ। ਹੁਣ ਅਸੀਂ ਫਾਈਟ ਵੀ ਨਾ ਕਰੀਏ, ਆਪਦੇ ਬੱਚਿਆਂ ਦੇ ਹੱਕ ਲਈ ਵੀ ਨਾ ਲੜੀਏ। ਜੇ ਉੱਥੇ ਐਡਮਿਸ਼ਨ ਸਹੀ ਹੁੰਦੀ ਹੋ, ਜਿੱਦਾਂ ਦੀ ਲੜਾਈ ਲੜੀ ਜਾਊਗੀ ਉੱਦਾਂ ਹੀ ਲੜਾਈ ਲੜਾਂਗੇ। ਇਹੀ ਫਾਈਟਿੰਗ ਸਪਿਰਿਟ ਦੇਖ ਕੇ ਸਾਨੂੰ ਲੋਕਾਂ ਨੇ ਅੱਗੇ ਕੀਤਾ। ਅੱਛਾ, ਕਿਹੜੀ ਪਾਰਟੀ ਨਾਲ ਮੁਕਾਬਲਾ ਮੰਨਦੇ ਹੋ? ਕਾਂਗਰਸ ਨਾਲ, ਅਕਾਲੀ ਦਲ ਨਾਲ, ਆਮ ਆਦਮੀ ਨਾਲ, ਜਾਂ ਬੀਜੇਪੀ ਨਾਲ? ਅਸੀਂ ਕਿਸੇ ਨਾਲ ਮੁਕਾਬਲਾ ਨਹੀਂ ਸਮਝਦੇ। ਅਸੀਂ ਪੰਜਾਬ ਸੁਧਾਰ ਨਿਕਲੇ ਆ। ਜਿਹੜੇ ਪੰਜਾਬ ਸੁਧਾਰਨਾ ਚਾਹੁੰਦੇ ਆ, ਜਿਹੜਾ ਅਲੱਗ ਫਰੰਟ ਚਾਹੁੰਦੇ ਆ, ਜਿਹੜਾ ਚੌਥੀ ਤੀਜੀ ਧਿਰ ਜਿਹੜੀ ਵੀ ਕਹਿ ਲਓ ਧਿਰ ਚਾਹੁੰਦੇ ਆ, ਜਿਹੜਾ ਸਮਾਜਿਕ ਬੁਰਾਈਆਂ ਨੂੰ ਖਤਮ ਕਰਨਾ ਚਾਹੁੰਦੇ ਆ, ਧਾਰਮਿਕ ਧਿਰ ਨਹੀਂ ਚਾਹੁੰਦੇ, ਅਸੀਂ ਸੈਕੂਲਰਿਜ਼ਮ ਚਾਹੁੰਦੇ ਆ, ਪੰਜਾਬ ਦੀ ਧਿਰ ਚਾਹੁੰਦੇ ਆ। ਇਸ ਜਿਹੜੇ ਮੇਨ ਬੀਜੇਪੀ ਵੀ ਪੰਜਾਬ ਦੇ ਵਿੱਚ ਨਵਾਂ ਪੰਜਾਬ ਬਣਾਉਣ ਨੂੰ ਤਿਆਰ ਹੈ, ਬਹੁਤ ਕੁਝ ਕਰਨ ਨੂੰ ਤਿਆਰ ਨੇ। ਆਉਣ ਵਾਲੇ ਸਮੇਂ ਤੁਹਾਡੇ ਆਨਸਰ ਦੇਵਾਂਗੇ ਉਹਨਾਂ ਨੂੰ। ਇੱਕ ਸਾਫ ਸੁਥਰਾ ਡਿਫਰੈਂਟ ਪੋਲੀਟਿਕਸ ਦੇਵਾਂਗੇ। ਇਹ ਪੋਲੀਟਿਕਸ ਤਾਂ ਨਾ ਉਹਨਾਂ ਨੂੰ ਸਮਝ ਆਊਗੀ, ਨਾ ਆਉਣ ਦੇਣੀ ਹੈ।
ਕਿਸਾਨ ਮੋਰਚੇ ਦੀ ਗੱਲ ਕਰੀਏ, ਲੋਕਤੰਤਰਕ ਸਿਸਟਮ ਤੁਸੀਂ ਉੱਥੇ ਦਿਖਾਇਆ ਕਿ ਇਸ ਤਰੀਕੇ ਨਾਲ ਜਿਹੜਾ ਆਪਣਾ ਸੰਘਰਸ਼ ਕੀਤਾ ਜਾ ਸਕਦਾ, ਹਰ ਤੁਸੀਂ ਗੱਲਾਂ ਉੱਥੇ ਦਿਖਾਈਆਂ। ਹੁਣ ਉਸੇ ਤਰੀਕੇ ਦਾ ਲੋਕਤੰਤਰਿਕ ਤਰੀਕਾ ਇੱਥੇ ਬਹਾਲ ਰੱਖੋਗੇ ਜਾਂ ਫਿਰ ਇੱਥੇ ਵੀ ਡਿਕਟੇਟਰਸ਼ਿਪ ਆ ਜਾਊਗੀ ਤੁਹਾਡੇ ਇਸ ਮੋਰਚੇ ਦੇ ਵਿੱਚ? ਤੁਸੀਂ ਅੱਜ ਬਾਹਰ ਖੜੇ ਸੀਗੇ, 3:30 ਵਜੇ ਦਾ ਟਾਈਮ ਸੀ। ਪੰਕਚੁਅਲ ਹੋਣਾ ਚਾਹੀਦਾ, ਮੈਂ ਨਹੀਂ ਕਹਿੰਦਾ ਨਹੀਂ ਹੋਣਾ ਚਾਹੀਦਾ, ਪਰ ਘੰਟਾ ਡੇਢ ਘੰਟਾ ਤੁਹਾਨੂੰ ਉਡੀਕਣਾ ਪੈ ਗਿਆ। ਅੰਦਰ ਡੈਮੋਕ੍ਰੈਟਿਕ ਵੇ ਨਾਲ ਮੀਟਿੰਗ ਹੋ ਰਹੀ ਹੋਊਗੀ ਨਾ, ਇਹ ਚੱਲਦੀ ਰਹੂਗੀ ਡੈਮੋਕ੍ਰੈਟਿਕ ਵੇ ਨਾਲ ਇਸ ਨਾਲ? ਜੇ ਇਹ ਨਹੀਂ ਚੱਲੂਗੀ ਫਿਰ ਕਾਮਯਾਬੀ ਨਹੀਂ ਹੋ ਸਕਦੀ। ਡੈਮੋਕ੍ਰੈਟਿਕ, ਜੇ ਕਿਸੇ ਨੂੰ ਡੈਮੋਕ੍ਰੇਸੀ ਦੇ ਵਿੱਚ ਰੱਖਣਾ ਚਾਹੁੰਦੇ ਆ ਤਾਂ ਆਪ ਵੀ ਡੈਮੋਕ੍ਰੈਟਿਕ ਹੋਣਾ ਚਾਹੀਦਾ। ਜੇ ਸਾਡਾ ਵੀ ਚਲਾਨ ਕੱਟਿਆ ਗਿਆ ਤਾਂ ਗੱਡੀ 'ਚ ਪੁਲਿਸ 'ਚ ਉਤਰ ਕੇ ਦੱਸਣਾ ਨਹੀਂ ਕੌਣ ਆ ਵੀ ਚਲਾਨ ਕੱਟਿਆ ਗਿਆ, ਜੇ ਓਵਰ ਸਪੀਡ ਹੈਗੀ ਤਾਂ ਕੱਟਿਆ ਗਿਆ, ਬੈਲਟ ਲਾਈ ਤਾਂ ਨਹੀਂ ਚਲਾਨ ਹੋਇਆ ਤਾਂ ਕੱਟਿਆ ਗਿਆ, ਜੇ ਸਾਡੀ ਕੋਠੀ ਦਾ ਨਕਸ਼ਾ ਗਲਤ ਹੋਊ ਤਾਂ ਚਲਾਨ ਹੋਊਗਾ। ਇਹ ਚੀਜ਼ਾਂ ਐਡਮਿਨਿਸਟ੍ਰੇਸ਼ਨ ਦੇ ਵਿੱਚ ਨੇ। ਬਹੁਤ ਵੱਡੇ ਵਾਅਦੇ ਕਰਦੇ ਆ ਸਰਕਾਰਾਂ, ਐਡਮਿਨਿਸਟ੍ਰੇਸ਼ਨ ਕਲੀਅਰ ਕਰਨ ਵਾਲੀ ਗੱਲ ਨਹੀਂ ਕਰਦੀਆਂ। ਵਾਅਦੇ ਕਰੋਗੇ ਫਿਰ? ਅਸੀਂ ਪੂਰੀ ਸਟੱਡੀ ਕਰਕੇ ਤੁਹਾਡੇ ਸਾਹਮਣੇ ਲਿਆਉਂਦੇ ਹਾਂ। ਸਾਡੇ ਕੋਲ ਸਟੱਡੀ ਹੋਈ ਪਈ ਆ, ਅਲੱਗ-ਅਲੱਗ ਸਾਡੇ ਨਾਲ ਜਥੇਬੰਦੀਆਂ ਜਿਹੜੀਆਂ ਆ ਰਹੀਆਂ, ਲੇਬਰ ਵਾਲੀਆਂ ਆ ਰਹੀਆਂ ਨੇ ਅਤੇ ਗਾਇਕਾਰ ਆ ਰਿਹਾ, ਟਰਾਂਸਪੋਰਟਰ ਆ ਰਹੇ ਨੇ, ਉਹਨਾਂ ਦੀਆਂ ਅਲੱਗ-ਅਲੱਗ ਜਿਵੇਂ ਮੰਗਾਂ ਨੇ ਉਹ ਸਟੱਡੀ ਕਰਨੀਆਂ ਪੈਣਗੀਆਂ। ਅਸੀਂ ਕਿਸਾਨਾਂ ਦੇ ਉੱਪਰ ਤੁਸੀਂ ਮੈਨੂੰ 2 ਘੰਟੇ ਦੀ ਬਹਿਸ ਕਰਾ ਲਓ, ਸਾਡੀ ਤਾਂ ਮੰਗਾਂ ਸਾਨੂੰ ਪਤਾ ਹੀ ਨਹੀਂ, ਤੁਸੀਂ ਵੀ ਕਿੰਨੀ ਵਾਰ ਕਰ ਲਈ। ਪਰ ਇਹ ਜਦੋਂ ਤੁਸੀਂ ਰਾਜਨੀਤੀ ਜਾਣਾ, ਤੁਸੀਂ ਹਰ ਵਰਗ ਨੂੰ ਨਾਲ ਲੈ ਕੇ ਜਾਣਾ, ਉਹਨਾਂ ਦੀਆਂ ਇਛਾਵਾਂ ਦੇ ਉੱਤੇ ਸਹੀ ਉਤਰਨਾ। ਤਾਂ ਉਹਨਾਂ ਦੀਆਂ ਅਸੀਂ ਹੁਣ ਆਉਣ ਵਾਲੇ ਟਾਈਮ 'ਚ ਉਹਨਾਂ ਨੂੰ ਆ ਰਹੇ ਨੇ, ਬੁਲਾ ਰਹੇ ਨੇ, ਅਤੇ ਉਹਨਾਂ ਦੀਆਂ ਮੰਗਾਂ ਦੇ ਹਿਸਾਬ ਨਾਲ ਜਿੰਨੀ ਬੈਸਟ ਹੋ ਸਕਿਆ, ਕੋਈ ਵਾਅਦਾ ਨਹੀਂ ਹੁੰਦਾ, ਬੈਸਟ ਆਫ ਦਾ ਬੈਸਟ ਆਪਣਾ 200% ਲਾਉਣਾ, ਐਡਮਿਨਿਸਟ੍ਰੇਸ਼ਨ ਠੀਕ ਕਰਨੀ। ਕੀ ਨਰੋਲ ਕਿਸਾਨਾਂ ਨੂੰ ਟਿਕਟਾਂ ਦਿਓਗੇ ਜਾਂ ਫਿਰ ਦੂਜੇ ਪਾਰਟੀਆਂ ਤੋਂ ਕੋਈ ਇੱਧਰੋਂ ਫੜ ਲਿਆ, ਕੋਈ ਇੱਧਰੋਂ ਫੜ ਲਿਆ, ਲਿਆ ਕੇ ਇੱਥੇ ਬਿਠਾ ਦਾ ਸਿਸਟਮ ਸੁਧਾਰਨ ਕਰਨ ਵਾਸਤੇ, ਜਾਂ ਉੱਦਾਂ ਹੋਏਗਾ? ਆਹ ਇੱਕ ਵਧੀਆ ਕੁਐਸਚਨ ਆ ਤੁਹਾਡਾ। ਆਪਾਂ ਬਿਲਕੁਲ ਨਰੋਲ ਨਵੇਂ ਚਿਹਰੇ ਲੈ ਕੇ ਦੇਣੇ ਆ, ਜਿਹਨੂੰ ਤੁਸੀਂ ਕਹੋਗੇ ਯਾਰ ਇਹ ਜਿੱਤ ਜੂਗਾ। ਇਸ ਕਰਕੇ ਜਿਹੜਾ ਮਾਇਆ ਦਾ ਜਾਲ ਵਿਛਿਆ ਹੋਇਆ ਸਿਆਸਤ ਦੇ ਵਿੱਚ, ਉਹਨੂੰ ਕੱਢਣ ਵਾਸਤੇ ਆਪਾਂ ਨੂੰ ਨਰੋਲ ਨਵੇਂ ਜਿਹੜੇ ਸਾਡੇ ਅੰਦੋਲਨ ਨਾਲ ਜੁੜੇ ਹੋਏ ਆ, ਦੇਖੋ ਉਹਨਾਂ ਨੂੰ ਤਾਂ ਅਸੀਂ ਤਰਜੀਹ ਦੇਵਾਂਗੇ, ਪਰ ਸਮਾਜ ਜਿਹੜਾ ਦੂਜੇ ਵਰਗ ਨੇ ਸਾਰੇ ਕਵਰ ਹੋਣਗੇ। ਲੇਡੀਜ਼ ਵੱਡੇ ਲੈਵਲ ਦੇ 33% ਸਾਰੇ ਕਹਿੰਦੇ ਜ਼ਰੂਰ ਨੇ, ਅੱਜ ਵੀ 1-2 ਮੰਤਰੀ ਨੇ ਆਪਣੇ, ਅਤੇ ਬਰਾਬਰ ਦਾ ਹੱਕ ਲੇਡੀਜ਼ ਦਾ ਦੇਵਾਂਗੇ। ਵੂਮਨ ਪਾਵਰ ਤੁਹਾਡੇ ਸਾਹਮਣੇ ਪੇਸ਼ ਹੋਊਗੀ। ਕੋਈ ਲੀਡਰ ਦਾ ਫੋਨ ਆਇਆ ਕਿਸੇ ਪਾਰਟੀ ਦਾ ਵੀ ਮੈਂ ਤੁਹਾਡੇ ਨਾਲ ਤੁਰਨ ਲਈ ਤਿਆਰ ਹਾਂ, ਮੈਨੂੰ ਆਪਣੇ ਨਾਲ ਲਾਓ? 334 ਦੀ ਲਿਸਟ ਕੰਪਿਊਟਰ 'ਚ ਆ ਗਈ ਸਾਡੇ 117 ਸੀਟਾਂ ਵਾਸਤੇ, ਹਾਲੇ ਤਾਂ ਲਾਂਚ ਹੀ ਹੋਈ ਆ। ਕੱਲ੍ਹ ਜਿਹੜੀਆਂ ਗੱਲਾਂ ਚੱਲਦੀਆਂ ਸੀ ਕਿ ਆਪ ਚਲੇ ਗਏ, ਉਹ ਚਲੇ ਗਏ, ਕਈ ਬੰਦੇ ਦਾ ਉਹ ਨੈਗੇਟਿਵਿਟੀ ਵੀ ਆਈ, ਕੋਈ ਪੋਜ਼ੀਟਿਵਿਟੀ ਵੀ ਆਈ, ਪਰ ਲਿਸਟਾਂ ਦੇ ਦਿੱਤੀਆਂ ਸੀ ਵੀ ਅਸੀਂ ਲੜਨ ਨੂੰ ਤਿਆਰ ਹਾਂ, ਨਰੋਲ ਤਰੀਕੇ ਨਾਲ ਲੜਾਂਗੇ। ਫੰਡ ਕਿੱਥੋਂ ਆਊਗਾ? ਫੰਡ ਦੀ ਲੋੜ ਆ? ਕਿਉਂ ਲੜਨਾ ਫੰਡ? ਕੀ ਕਰਨਾ ਫੰਡ? ਟਰਾਲੀਆਂ 'ਚ ਫੰਡ ਸੀ, ਲੱਭਦਾ ਰਿਹਾ ਮੋਦੀ, ਲੱਭਦਾ ਰਿਹਾ ਫੰਡ, ਤਾਂ ਮੋਦੀ ਨੂੰ ਫੰਡ ਨਹੀਂ ਮਿਲਿਆ। ਜਿਸ ਤਰ੍ਹਾਂ SKM ਦਾ ਹਿਸਾਬ ਕਿਤਾਬ ਦਿੱਤਾ, ਉਸ ਤਰੀਕੇ ਨਾਲ ਹਰ 5 ਸਾਲ ਬਾਅਦ ਹਿਸਾਬ ਕਿਤਾਬ ਦੇਵੋਗੇ ਜੇ ਜਿੱਤਦੇ ਹੋ? ਡੈਮੋਕ੍ਰੇਸੀ 'ਚ ਬਣਦਾ, ਜਿਹੜੀ ਕੁਝ ਮੰਗਦੇ ਰਹੇ ਆ ਉਹ ਅਸੀਂ ਦੇਣ ਲੱਗੇ, ਕਿਉਂ ਨਾ ਕਰ ਦਿੰਦੇ ਹਾਂ? ਜਿਹੜੀ ਚੀਜ਼ ਆਪਾਂ ਮੰਗਦੇ ਰਹੇ ਹਾਂ, ਡਿਮਾਂਡ ਰਹੀ ਆ ਆਪਣੀ, 5 ਸਾਲ ਬਾਅਦ ਹਿਸਾਬ ਕਿਉਂ? ਸਾਲ ਦਾ ਹਿਸਾਬ ਹੋਣਾ ਚਾਹੀਦਾ। ਮੈਨੀਫੈਸਟੋ ਲੀਗਲ ਹੋਣਾ ਚਾਹੀਦਾ। ਅਸੀਂ ਕੇਸ ਲੜਿਆ, ਮੇਰੀ ਜਥੇਬੰਦੀ ਨੇ ਕੇਸ ਲੜਿਆ ਇਸ ਕਰਕੇ, ਮੈਨੀਫੈਸਟੋ ਲੀਗਲ ਹੋਵੇ। ਤੁਹਾਡਾ ਲੀਗਲ ਹੋਏਗਾ ਜੋ ਸੰਯੁਕਤ ਸਮਾਜ ਮੋਰਚਾ ਦਾ? ਵੋਟ ਲਿਖ ਦੇਣਗੇ, ਜਿਹੜੀ ਲੀਗਲਾਈਜ਼ਡ ਅਥਾਰਟੀ ਚੋਣ ਕਮਿਸ਼ਨ ਕਹੂਗਾ ਲੀਗਲ ਕਰਕੇ ਦੇਵਾਂਗੇ। ਅਸੀਂ ਵੱਧ ਕਹਿਣਾ ਹੀ ਨਹੀਂ। ਵੋਟ ਕੋਈ ਪਾਵੇ ਨਾ ਪਾਵੇ, ਸਮਝਣਾ ਪਾਉਣਾ ਪੈਣਾ, ਹਰੇਕ ਨੂੰ ਸਟੱਡੀ ਕਰਨਾ ਪੈਣਾ ਵੀ ਆਪਾਂ ਪੰਜਾਬ ਲਈ ਲੜਨਾ। ਕੀ ਲੋੜ ਆ ਵੱਧ ਗੱਲ ਕਹਿਣ ਦੀ? ਦੱਸੋ ਵੀ ਸਾਲ 'ਚ ਕੀ ਕਰ ਸਕਦੇ ਹੋ, ਸਾਲ 'ਚ ਇਹ ਕਰ ਸਕਦੇ ਹੋ। ਤੁਸੀਂ ਕਹਿੰਦੇ ਵੀ ਪੰਜਾਬ 50 ਸਾਲਾਂ 'ਚ ਸਹੀ ਹੋ ਜਾਊਗਾ, ਇਹ ਹੈ ਸੱਚਾਈ ਹੈ? ਕਿਸੇ ਨੂੰ ਪੁੱਛੋ ਇੱਥੇ ਵਟਸਐਪ ਫੇਸਬੁੱਕ। ਕਿੰਨੇ 'ਚ ਹੋਏਗਾ ਸਹੀ? ਸਾਡੀ ਕੈਲਕੂਲੇਸ਼ਨ ਨਾਲ ਘੱਟੋ ਘੱਟ 10 ਸਾਲ ਲੱਗਣਗੇ ਇਹਨੂੰ ਪੈਰਾਂ 'ਤੇ ਆਉਣ ਨੂੰ। 4 ਲੱਖ ਕਰੋੜ ਤੋਂ ਉੱਤੇ ਕਰਜ਼ਾ, 1.5 ਲੱਖ ਤਾਂ ਸਾਡਾ ਕਿਸਾਨਾਂ ਦਾ ਹੀ ਪਿਆ, 5.5-6 ਲੱਖ ਰੁਪਏ ਕਰਜ਼ਾ। ਪਹਿਲਾਂ ਕਰਜ਼ਾ ਕੱਢਾਂਗੇ ਜਾਂ ਤਰੱਕੀ ਕਰਾਂਗੇ? ਇੱਕ ਘਰ ਨੂੰ ਜਦੋਂ ਕੋਈ ਬਜ਼ੁਰਗ ਛੱਡ ਕੇ ਜਾਂਦਾ ਕਰਜ਼ਾ, ਪਹਿਲਾਂ ਬੱਚਾ ਕਰਜ਼ਾ ਮੁਕਾਉਂਦਾ ਉਹਦਾ, ਫਿਰ ਤਰੱਕੀ ਬਾਰੇ ਸੋਚਦਾ। ਪੈਰਲਲ ਯੂਥ ਨੂੰ ਐਜੂਕੇਸ਼ਨ, ਹੌਸਪੀਟਲ ਇਹ ਮਿਲ ਸਕਦੇ ਨੇ, ਕਿਉਂਕਿ ਮੇਨ ਚੀਜ਼ਾਂ ਨੇ ਸਾਡੀ ਐਜੂਕੇਸ਼ਨ। ਕਿਉਂ 10 ਸਾਲ ਜੇ ਆਪਾਂ ਉੱਧਰੋਂ ਕਰਜ਼ਾ ਲਾਉਣ ਤੁਰ ਪਏ ਤਾਂ ਆਪਾਂ ਬੱਚੇ ਨਾ ਪੜ੍ਹਾ ਸਕੇ ਤਾਂ ਉਹ ਵੀ ਪ੍ਰੋਬਲਮ ਆ। ਜੇ ਸਿਹਤ ਸੁਵਿਧਾ ਤਾਂ ਨਾ ਦੇ ਸਕੇ ਉਹ ਵੀ ਪ੍ਰੋਬਲਮ ਆ। ਇਸ ਕਰਕੇ ਉਹ ਸਿਹਤ ਸਹੂਲਤਾਂ ਅਤੇ ਬੱਚੇ ਪੜ੍ਹਾਉਣ ਦਾ ਜਿਹੜਾ ਫੈਸ਼ਨ ਆ, ਮੈਂ ਇਹ ਲੱਗਦਾ ਜੇ ਸਾਨੂੰ ਇੱਕ ਚਾਂਸ ਮਿਲਦਾ, ਜੋ ਸਾਡੀ ਅੰਦਰ ਗੱਲ ਹੋਈ ਆ, ਮੇਨਲੀ ਸਕੂਲਿੰਗ ਅਤੇ ਹੈਲਥ ਦੇ ਵਿੱਚ ਚੇਂਜ ਲਿਆਉਣ ਦੀ ਬਹੁਤ ਵੱਡੀ ਲੋੜ ਆ। ਜਿਹੜੀ ਆਪਣੀ ਸਕੂਲਿੰਗ ਬਣ ਗਈ ਵੀ ਆਪਾਂ ਇੰਗਲਿਸ਼ ਮੀਡੀਅਮ 'ਚ ਹੀ ਪੜ੍ਹਾਉਣਾ, ਪ੍ਰਾਈਵੇਟ 'ਚ ਪੜ੍ਹਾਉਣਾ, ਉਹ ਕਲਚਰ ਹੀ ਚੇਂਜ ਕਰ ਦਾਂਗੇ। ਮੇਰਾ ਆਖਰੀ ਸਵਾਲ ਹੈ, ਤੁਹਾਨੂੰ ਕਿਉਂ ਲੱਗਦਾ ਤੁਹਾਡੇ ਨਾਲ ਲੋਕ ਜੁੜਨਗੇ? ਸਾਨੂੰ ਆਪਦੇ ਆਪ 'ਤੇ ਭਰੋਸਾ ਵੀ ਅਸੀਂ ਸੱਚ 'ਤੇ ਖੜ੍ਹੇ ਹਾਂ। ਸਾਡੇ 'ਤੇ ਅੰਦੋਲਨ ਦੌਰਾਨ ਬੜੇ ਇਲਜ਼ਾਮ ਲੱਗੇ, ਪਰ ਸਾਨੂੰ ਆ ਕੇ ਫਿਰ ਵੀ ਕਿਸੇ ਨਾ ਕਿਸੇ ਲੋਕਾਂ ਨੇ ਆ ਕੇ ਸਾਡੀ ਪਿੱਠ ਥਪਾਈ ਵੀ ਖੜ੍ਹੇ ਰਹੋ, ਅੜੇ ਰਹੋ, ਜਿੱਤਾਂਗੇ ਆਪਾਂ। ਅਸੀਂ ਜਦੋਂ ਮੋਰਚਾ ਜਿੱਤੇ, ਸਾਡੀ ਸਪਿਰਿਟ ਸਟਰੋਂਗ ਹੋਈ ਆ ਵੀ ਆਪਾਂ ਲੜ ਸਕਦੇ ਹਾਂ। ਲੋਕਾਂ ਨੂੰ ਆਪਣੇ 'ਤੇ ਆਸ ਹੈ, ਲੋਕਾਂ ਦੀ ਆਸ ਨਹੀਂ ਬੁਝਣੀ ਚਾਹੀਦੀ, ਕਿਉਂਕਿ ਜ਼ਿੰਦਗੀ ਆਸ ਨਾਲ ਰਹਿੰਦੀ ਆ। ਜੇ ਆਸ ਹੈਗੀ ਆ
ਤਾਂ ਉਹਨਾਂ ਦੀ ਆਸ ਤੇ ਪੂਰਾ ਖਰਾ ਉਤਰਨ ਦੀ ਕੋਸ਼ਿਸ਼ ਕਰਾਂਗੇ। ਆਪ ਦੇ ਵੱਲੋਂ 200% ਦੇਵਾਂਗੇ। ਧੰਨਵਾਦ ਕਾਦੀਆਂ ਸਾਹਿਬ, ਮੁਬਾਰਕਾਂ ਤੁਹਾਨੂੰ ਇੱਕ ਵਾਰ ਫਿਰ ਤੋਂ। ਤਾਂ ਕਿਸਾਨ ਆਗੂ ਤਾਂ ਹੁਣ ਸਿਆਸੀ ਆਗੂ ਬਣ ਚੁੱਕੇ ਨੇ। ਹਰਮੀਤ ਸਿੰਘ ਕਾਦੀਆਂ ਗੱਲਬਾਤ ਕੀਤੀ ਤਾਂ ਪੰਜਾਬ ਦੇ ਮਸਲਿਆਂ ਦਾ ਹੱਲ ਦੱਸ ਰਹੇ ਨੇ ਕਿ 10 ਸਾਲਾਂ ਦੇ ਵਿੱਚ ਹੋ ਸਕਦਾ ਇੱਕ ਨੀਤੀ ਤਹਿਤ ਪੰਜਾਬ ਦੇ ਲੋਕਾਂ ਤੱਕ ਜਾਵਾਂਗੇ। ਪੰਜਾਬ ਦੇ ਲੋਕ ਜੇ ਚਾਹਣਗੇ ਤਾਂ ਇਸ ਪੰਜਾਬ ਵਿਧਾਨ ਸਭਾ ਜਿੱਤ ਕੇ ਆਉਣਗੇ ਤੇ ਪੰਜਾਬ ਦਾ ਕਹਿ ਰਹੇ ਨੇ ਸੁਧਾਰ ਕਰਨਗੇ। ਕਿਸਾਨ ਵੀ ਹੁਣ ਸਿਆਸੀ ਪਿੜ ਦੇ ਵਿੱਚ ਆਉਣ ਲਈ ਤਿਆਰ ਨੇ। 32 ਕਿਸਾਨ ਜਥੇਬੰਦੀਆਂ ਦੇ ਵਿੱਚੋਂ 22 ਕਿਸਾਨ ਜਥੇਬੰਦੀਆਂ ਨੇ ਕਹਿ ਦਿੱਤਾ ਕਿ ਸਿੱਧੇ ਚੋਣ ਦੇ ਵਿੱਚ ਆਵਾਂਗੇ। ਸੰਯੁਕਤ ਸਮਾਜ ਮੋਰਚੇ ਨਾਮ ਦੇ ਇੱਕ ਮੋਰਚਾ ਇਹਨਾਂ ਨੇ ਬਣਾਇਆ। ਕਹਿ ਰਹੇ ਨੇ 117 ਸੀਟਾਂ ਤੇ ਲੜਨਗੇ। ਕੁਲਵੰਤ ਸੰਧੂ ਸਾਡੇ ਨਾਲ ਨੇ। ਸੰਧੂ ਸਾਹਿਬ, ਕੀ ਅੰਦਾਜ਼ਾ ਲਾਈਏ ਇਸ ਮੋਰਚੇ ਤੋਂ, ਕਿਸ ਤਰੀਕੇ ਦੇ ਨਾਲ ਲੋਕਾਂ 'ਚ ਜਾਓਗੇ? ਦੇਖੋ, ਲੋਕਾਂ ਵਿੱਚ ਤਾਂ ਸਾਨੂੰ ਜਾਂਦੇ 2 ਸਾਲ ਪਹਿਲਾਂ ਹੀ ਹੋ ਗਏ ਆ। 2 ਸਾਲ ਨਹੀਂ, ਅਸੀਂ ਤਾਂ 50-50 ਸਾਲ ਦੇ ਲੱਗੇ ਆ, ਪਰ ਲਗਾਤਾਰ 2 ਸਾਲ ਇਹ ਮੋਰਚਾ ਲੱਗਿਆ। ਸਾਡੀ ਪਿੰਡ ਦੇ ਵਿੱਚ ਇਕਾਈਆਂ ਬਣੀਆਂ ਆ, ਪਿੰਡ ਦੇ ਵਿੱਚ ਸਾਡੇ ਗਰੁੱਪ ਬਣੇ ਆ, ਪਿੰਡ ਵਿੱਚ ਫਾਈਨੈਂਸ ਜਮ੍ਹਾਂ ਪਏ ਸਾਡੇ, ਹਾਲੇ ਤੱਕ ਫਾਈਨੈਂਸ ਪਏ ਆ। ਇਸੇ ਕਰਕੇ ਲੰਗਰ ਨਹੀਂ ਟੁੱਟਾ ਹੁਣ ਤੱਕ। ਸਾਨੂੰ ਕੋਈ ਜਥੇਬੰਦੀ ਖੜੀ ਕਰਨ ਦੀ ਲੋੜ ਨਹੀਂ ਬਹੁਤੀ ਜ਼ਿਆਦਾ ਵੀ ਪਿੰਡਾਂ 'ਚ ਖੜੀ ਕਰਨੀ ਆ। ਸਾਡਾ ਢਾਂਚਾ ਪਹਿਲਾਂ ਬਣ ਚੁੱਕਾ। ਇਹ ਬੜੀ ਬਚਾਅ ਵਟਾਂਦਰਾ ਕਾਰਨ ਲੇਟ ਇਸ ਕਰਕੇ ਹੋਏ ਆ ਕਿ ਸਾਡੀਆਂ ਜਥੇਬੰਦੀਆਂ 'ਚ ਡਿਫਰੈਂਟ ਵਿਊ ਆ। ਉਹਨਾਂ ਨੂੰ ਇੱਕ ਵਿਊ 'ਤੇ ਲਿਆਉਣ ਲਈ ਟਾਈਮ ਲੱਗਣਾ ਸੀ, ਨਹੀਂ ਤਾਂ ਕਿੰਨਾ ਚਿਰ ਪਹਿਲੇ ਐਲਾਨ ਕਰਦੇ। ਅਸੀਂ ਤੁੱਥ-ਮੁੱਥ ਐਲਾਨ ਨਹੀਂ ਕਰਦੇ। ਅਸੀਂ ਇੱਕ ਤਰ੍ਹਾਂ ਦਾ ਮੈਨੀਫੈਸਟੋ ਬਣਾਵਾਂਗੇ, ਐਂਟੀ ਕਾਰਪੋਰੇਟ, ਪ੍ਰੋ ਛੋਟੀ ਇੰਡਸਟਰੀ, ਪ੍ਰੋ ਕਿਸਾਨ, ਪ੍ਰੋ ਨੌਜਵਾਨ, ਨਸ਼ਾ ਮੁਕਾਉਣਾ, ਪ੍ਰਵਾਸ ਕਰਨ ਤੋਂ ਬੱਚਿਆਂ ਨੂੰ ਰੋਕਣਾ, ਖੇਤੀਬਾੜੀ ਨੂੰ ਮੁਨਾਫੇ ਦਾ ਧੰਦਾ ਬਣਾਉਣਾ, ਛੋਟੀ ਇੰਡਸਟਰੀ ਚਲਾਉਣੀ, ਜਿਹੜੀ ਖੇਤੀਬਾੜੀ ਆਧਾਰਿਤ ਇੰਡਸਟਰੀ ਹੋਵੇ, ਉਹ ਕੋਸ਼ਿਸ਼ ਕਰਾਂਗੇ। ਪਰ ਹਾਲੇ ਵੀ ਤੁਹਾਡੇ ਬਹੁਤ ਸਾਥੀ ਤੁਹਾਡੇ ਨਾਲ ਆ ਕੇ ਨਹੀਂ ਖੜ ਰਹੇ। ਉਹ ਕਹਿੰਦੇ ਨੇ ਕਿ ਅਸੀਂ ਚੋਣਾਂ ਦੇ ਵਿੱਚ ਨਹੀਂ ਜਾਣਾ, ਇੱਕ ਪ੍ਰੈਸ਼ਰ ਗਰੁੱਪ ਦੀ ਤਰ੍ਹਾਂ ਕੰਮ ਕਰਨਾ ਚਾਹੀਦਾ। ਤੁਹਾਨੂੰ ਲੱਗਦਾ ਨਹੀਂ ਕਿ ਉਹ ਸਹੀ ਜੇ? ਨਹੀਂ, ਉਹ ਥੋੜ੍ਹੇ ਆ, ਘੱਟ ਆ। ਤੁਸੀਂ ਦੇਖਦੇ ਹੋ ਵੀ 22 ਅੱਜ ਆ ਗਏ ਆ, 3-4 2-3 ਦਿਨ ਵਿੱਚ ਹੋਰ ਹੋਣ ਵਾਲੇ ਆ। ਜੇ 32 'ਚ 4-5 ਕਹਿੰਦੇ ਸਾਨੂੰ ਕੀ ਇਤਰਾਜ਼ ਆ? ਉਹਨਾਂ ਦੀ ਪੋਲੀਟਿਕਸ ਆ, ਹਰ ਬੰਦਾ ਪੋਲੀਟੀਕਲ ਆ। ਕੋਈ ਜੇ ਭਾਵੇਂ ਕਿਸਾਨ ਜਥੇਬੰਦੀ ਆ, ਉਹ ਕੋਈ ਕਹਿੰਦੇ ਅਸੀਂ ਪ੍ਰੈਸ਼ਰ ਗਰੁੱਪ ਹੀ ਰੱਖਣਾ, ਅਸੀਂ ਸੜਕਾਂ 'ਤੇ ਬਹਿਣਾ, ਸਾਨੂੰ ਕੋਈ ਇਤਰਾਜ਼ ਨਹੀਂ, ਅਸੀਂ ਉਹਨਾਂ ਦੀ ਹਮਾਇਤ ਵੀ ਕਰਾਂਗੇ। ਪਰ ਬਹੁਤ ਸਾਰੇ ਲੋਕ ਇਹੋ ਜਿਹੇ ਸੀਗੇ ਤੁਹਾਡੀ ਜਥੇਬੰਦੀਆਂ ਦੇ ਵਿੱਚੋਂ ਜਿਨ੍ਹਾਂ ਦਾ ਸੰਵਿਧਾਨ ਸੀਗਾ ਕਿ ਕਦੇ ਇਲੈਕਸ਼ਨ ਨਹੀਂ ਲੜਨਾ। ਅੱਜ ਉਹ ਧਿਰਾਂ ਵੀ ਆ ਕੇ ਇਲੈਕਸ਼ਨ ਦੇ ਵਿੱਚ ਖੜੀਆਂ ਹੋ ਰਹੀਆਂ ਨੇ, ਆਪਣੇ ਵਿਧਾਨ ਹੀ ਬਦਲ ਦਿੱਤੇ। ਸਾਡੇ ਵਿਧਾਨ ਇਹੋ ਜਿਹਾ ਨਹੀਂ ਸੀ। ਲੈਫਟ ਵਾਲਿਆਂ ਦਾ ਵਿਧਾਨ ਪਹਿਲਾਂ ਵੀ ਇਲੈਕਸ਼ਨ ਲੜਦੇ ਆ, ਹੁਣ ਵੀ ਲੜਦੇ ਆ। ਕਿਹਦਾ ਸੀਗਾ ਇਹੋ ਜਿਹਾ ਵਿਧਾਨ ਮੈਨੂੰ ਪਤਾ ਨਹੀਂਗਾ। ਜਿਹੜੀਆਂ ਕਾਮਰੇਡਾਂ ਦੇ ਨਾਲ ਜੁੜੀਆਂ ਹੋਈ ਜਥੇਬੰਦੀਆਂ ਉਹ ਤਾਂ ਕਾਮਰੇਡ ਪਾਰਟੀ ਨਾਲ ਜਾਂਦੀਆਂ, ਪਰ ਜੇ ਕੱਲ ਨੂੰ ਸਮਝੌਤਾ ਕਿਸੇ ਪਾਰਟੀ ਨਾਲ ਹੋ ਜਾਂਦਾ, ਕਾਂਗਰਸ ਨਾਲ ਹੋ ਜਾਂਦਾ, ਆਮ ਆਦਮੀ ਨਾਲ ਹੋ ਜਾਂਦਾ, ਅਕਾਲੀ ਦਲ ਨਾਲ ਹੋ ਜਾਂਦਾ, ਤਾਂ ਕੀ ਇਹ ਸੰਯੁਕਤ ਸਮਾਜ ਮੋਰਚਾ ਇਕੱਠਾ ਰਹੂਗਾ ਜਾਂ ਵੱਖਰਾ ਹੋ ਜਾਊਗਾ? ਇੱਕੋ ਇੱਕ ਮੁੱਦਾ ਹੈ, ਐਂਟੀ ਕਾਰਪੋਰੇਟ। ਬੀਜੇਪੀ ਐਂਟੀ ਕਾਰਪੋਰੇਟ, ਪ੍ਰੋ ਕਾਰਪੋਰੇਟ ਆ, ਕਾਂਗਰਸ ਪ੍ਰੋ ਕਾਰਪੋਰੇਟ ਆ, ਅਕਾਲੀ ਦਲ ਪ੍ਰੋ ਕਾਰਪੋਰੇਟ ਆ। ਆਮ ਆਦਮੀ ਪਾਰਟੀ ਵੀ ਕਾਰਪੋਰੇਟ ਨੂੰ ਸੰਬੰਧਿਤ ਹੈਗੀ। ਮੈਨੂੰ ਆਮ ਆਦਮੀ ਪਾਰਟੀ ਬਾਰੇ ਹਾਲੇ ਉਹਨਾਂ ਦਾ ਕੋਈ ਸਿੱਧਾ ਸਾਹਮਣੇ ਨਹੀਂ ਆਇਆ। ਸਿੱਧਾ ਆ ਜਾਂਦਾ ਫਿਰ ਸਮਝੌਤਾ ਨਹੀਂ ਹੋਊਗਾ। ਫਿਰ ਨਹੀਂ ਹੋਊਗਾ। ਕਾਰਪੋਰੇਟ ਹਾਮੀਆਂ ਦਾ ਕਿਸੇ ਨਾਲ ਸਮਝੌਤਾ ਨਹੀਂ ਹੋਊਗਾ। ਪਰ ਤੁਹਾਨੂੰ ਲੱਗਦਾ ਨਹੀਂ ਕਿ ਆਮ ਆਦਮੀ ਪਾਰਟੀ ਦੇ ਨਾਲ ਸਮਝੌਤਾ ਕਰਕੇ ਤੁਸੀਂ ਫਾਇਦੇ ਦੇ ਵਿੱਚੋਂ ਜਾਂ ਆਮ ਆਦਮੀ ਪਾਰਟੀ ਫਾਇਦੇ ਚ ਵਿੱਚੋਂ? ਅਸੀਂ ਤਾਂ ਕਰੇ ਨਹੀਂ ਰਹੇ, ਤੁਹਾਨੂੰ ਕਿਹੜੀਆਂ ਕਰ ਰਹੇ? ਚਰਚਾ ਚੱਲ ਰਹੀ ਹੈ ਪੰਜਾਬ 'ਚ। ਚਰਚਾ ਤਾਂ ਬੜਾ ਕੁਝ, ਚਰਚਾ ਦਾ ਕਹਿਤਾ 25 ਦੀ ਸੀਟਾਂ ਦੇ ਰਹੇ ਸਾਨੂੰ, ਅਸੀਂ 117 ਦਾ ਐਲਾਨ ਕੀਤਾ ਤੁਹਾਡੇ ਸਾਹਮਣੇ। ਇਹ ਕੱਲ ਨੂੰ ਵੀ ਨਹੀਂ ਹੋ ਸਕਦਾ, ਭਵਿੱਖ 'ਚ ਵੀ ਨਹੀਂ ਹੋ ਸਕਦਾ। ਮੈਂ ਕਿਹਾ ਮੈਂ ਇਹ ਕਹਿੰਦਾ ਨਹੀਂਗਾ, ਹਾਲਾਤ ਕੀ ਬਣਦੇ, ਅਸੀਂ ਲੋਕਾਂ ਵਿੱਚ ਜਾਣਾ। ਹੁਣ ਲੋਕ ਸਾਨੂੰ ਹੁੰਗਾਰਾ ਕਿੱਦਾਂ ਦਿੰਦੇ ਆ? ਜੇ ਸਾਨੂੰ ਕੱਲਿਆਂ ਨੂੰ ਏਡਾ ਵੱਡਾ ਹੁੰਗਾਰਾ ਦੇਣਾ, ਅਸੀਂ ਕਿਸੇ ਕੋਲੋਂ ਕੀ ਲੈਣਾ? ਤੁਹਾਨੂੰ ਲੱਗਦਾ ਨਹੀਂ ਕਿ ਹਜੇ ਤੁਹਾਨੂੰ ਲੋਕਾਂ ਦੀ ਉਹ 'ਤੇ ਸ਼ੱਕ ਹੈਗਾ ਵੀ ਲੋਕ ਸ਼ਾਇਦ ਤੁਹਾਡੇ ਨਾਲ ਨਾ ਤੁਰਨ, 117 ਦੇ ਲਾ ਕੇ ਨਾ ਖੜਨ? ਇਹ ਨਹੀਂ, ਤੁਸੀਂ ਕਹਿ ਰਹੇ ਹੋ। ਅਸੀਂ ਬਹੁਤ ਸਾਰੀਆਂ ਕਾਂਸਟੀਚੁਐਂਸੀਆਂ ਗਏ ਆ, ਹਜ਼ਾਰਾਂ ਦੇ ਇਕੱਠ ਹੋ ਰਹੇ ਆ। ਮੈਂ ਕਲਾਨੌਰ ਚੌਥ ਜਾ ਕੇ ਆਇਆ, 15,000 ਦਾ ਇਕੱਠ ਸੀ ਇੱਕੋ ਹਲਕੇ ਦਾ। ਜੇ 15,000 ਦਾ ਇੱਕ ਹਲਕੇ ਦਾ ਇਕੱਠ ਹੋ ਸਕਦਾ ਤਾਂ ਮੈਂ ਲੋਕ ਸਾਡੇ ਨਾਲ ਆ। ਅਸੀਂ ਉਹਨਾਂ ਕੋਲ ਤੁਹਾਨੂੰ ਖੁਸ਼ਖਬਰੀ ਦੇਵਾਂਗੇ ਤੇ ਬੜੇ ਨਾਅਰੇ ਲੱਗੇ ਇਸ ਗੱਲ ਤੇ, ਕਈਆਂ ਥਾਂ ਤੇ ਲੱਗ ਰਹੇ ਆ। ਲੋਕ ਸਾਡਾ ਸਵਾਗਤ ਕਰ ਰਹੇ ਆ। ਦਿੱਲੀ ਤੋਂ ਲੈ ਕੇ ਪੰਜਾਬ ਅਟਾਰੀ ਤੱਕ ਲੋਕ ਸੜਕਾਂ ਤੇ ਖੜੇ ਤੁਹਾਡੇ ਸਾਹਮਣੇ ਸੀ ਨਾ, ਅਸੀਂ ਤਾਂ ਸੱਦੇ ਨਹੀਂ ਸੀ। ਮੋਰਚਾ ਰਾਜੇਵਾਲ ਸਾਹਿਬ ਨੇ ਕਿਹਾ ਸੀ ਕਿ ਸਸਪੈਂਡ ਕੀਤਾ, ਛੁੱਟੀ ਤੇ ਭੇਜਿਆ, ਪਰ ਮੋਰਚਾ ਦੁਬਾਰਾ ਲੱਗ ਸਕਦਾ। ਤੁਹਾਨੂੰ ਲੱਗਦਾ ਕਿ ਮੋਰਚਾ ਦੁਬਾਰਾ ਲੱਗ ਜਾਊਗਾ? ਦੁਬਾਰਾ ਲੱਗ ਸਕਦਾ ਜੇ ਐਮਐਸਪੀ ਦੇ ਕੁਝ ਨਾ ਹੋਇਆ। ਬੀਜੇਪੀ ਕਹੂਗੀ ਨਾ ਤੁਹਾਨੂੰ ਕਿ ਤੁਸੀਂ ਤਾਂ ਚੋਣਾਂ ਲੜਦੇ ਫਿਰਦੇ ਹੋ, ਪੰਜਾਬ ਦੇ ਵਿੱਚ ਜਾ ਕੇ ਚੋਣਾਂ ਲੜਦੇ ਹੋ, ਫਿਰ ਤੁਸੀਂ ਕਿਵੇਂ ਕਹਦੇ ਹੋ ਕਿ ਇੱਕ ਸਿਆਸੀ ਪਾਰਟੀ, ਉਹ ਕਹਿਣਗੇ ਕਿ ਸਿਆਸਤ ਤੋਂ ਪ੍ਰੇਰਿਤ ਅੰਦੋਲਨ ਹੈ? ਜੇ ਚੰਗੇ ਬੰਦੇ ਇਲੈਕਸ਼ਨ ਨਹੀਂ ਲੜਨਗੇ, ਮੂਰਖਾਂ ਲਈ ਪਾਰਲੀਮੈਂਟ ਅਸੈਂਬਲੀ ਰੱਖੀਆਂ। ਚੰਗੇ ਲੋਕਾਂ ਨੂੰ ਵੀ ਉੱਥੇ ਜਾਣਾ ਚਾਹੀਦਾ, ਜਿੱਥੇ ਕਾਨੂੰਨ ਘੜ ਹੋਣੇ ਆ, ਉੱਥੇ ਅਕਲਮੰਦ ਲੋਕਾਂ ਨੂੰ ਵੀ ਚਾਹੀਦਾ। ਜੇ ਅਕਲਮੰਦ ਲੋਕ ਬਾਹਰ ਬੈਠੇ ਸੜਕਾਂ 'ਤੇ ਦੇਖਦੇ ਰਹਿਣ ਤੇ ਮੂਰਖਾਂ ਦੀ ਲੜਾਈ ਅੰਦਰ ਹੁੰਦੀ ਰਹੇ ਤੇ ਜੁੱਤੀਆਂ ਚਲਾਉਂਦੇ ਇੱਕ ਦੂਜੇ 'ਤੇ। ਕੋਈ ਕਾਨੂੰਨ ਆਪਣੇ ਹੱਕ ਦਾ ਪਾਸ ਕੀਤਾ? ਸਾਡੀਆਂ ਨਸਲਾਂ ਵਿਦੇਸ਼ਾਂ ਚਲ ਗਈਆਂ, ਫਸਲਾਂ ਸਾਡੀਆਂ ਤਬਾਹ ਕਰਤੀਆਂ। ਇਹਨਾਂ ਲੋਕਾਂ ਕੋਲੋਂ ਕੀ ਆਸ ਕਰਾਂਗੇ? ਉਹ ਪ੍ਰੋਗਰਾਮ ਕੀ ਹੈ ਸਾਰੇ ਨੂੰ ਠੀਕ ਕਰਨ ਦਾ? ਮੈਨੀਫੈਸਟੋ ਜਲਦੀ ਦੇ ਰਹੇ ਹਾਂ, ਜਿਵੇਂ ਹੁਣ ਦੱਸਣ ਨੂੰ ਬਹੁਤ ਜ਼ਿਆਦਾ ਟਾਈਮ ਲੱਗੂਗਾ। ਪ੍ਰੋਗਰੈਸ ਅੰਦੋਲਨ ਹੋਊਗਾ, ਐਂਟੀ ਕਾਰਪੋਰੇਟ ਪਹਿਲਾਂ ਕਹਿਤਾ। ਇਹਦੇ ਵਿੱਚ ਹੀ ਐਜੂਕੇਸ਼ਨ ਬਾਰੇ ਸੋਚਾਂਗੇ, ਹੈਲਥ ਬਾਰੇ ਸੋਚਾਂਗੇ, ਪੀਣ ਵਾਲੇ ਪਾਣੀ ਬਾਰੇ ਸੋਚਾਂਗੇ। ਇੱਥੇ ਜਿਹੜੀ ਐਗਰੋ ਬੇਸ ਇੰਡਸਟਰੀ ਲਾਵਾਂਗੇ, ਛੋਟੀ ਇੰਡਸਟਰੀ ਉਤਸ਼ਾਹਿਤ ਕਰਾਂਗੇ। ਅਸੀਂ ਵੱਡੀ ਇੰਡਸਟਰੀ ਹੱਕ ਦੀ ਨਹੀਂ। ਮੁੱਖ ਮੰਤਰੀ ਰਾਜੇਵਾਲ ਹੋਣਗੇ। ਧੰਨਵਾਦ। ਤਾਂ ਗੱਲਬਾਤ ਕੀਤੀ ਕਿਸਾਨ ਆਗੂ ਕੁਲਵੰਤ ਸਿੰਘ ਸੰਧੂ ਨਾਲ। ਕਹਿ ਰਹੇ ਨੇ ਕਿ ਮੁੱਖ ਮੰਤਰੀ ਦਾ ਚਿਹਰਾ
ਉਹ ਬਲਬੀਰ ਸਿੰਘ ਰਾਜੇਵਾਲ ਹੋਣਗੇ ਤੇ ਪੰਜਾਬ ਦੇ ਮਸਲਿਆਂ ਨੂੰ ਹੱਲ ਕਰਾਏਗਾ ਸੰਯੁਕਤ ਸਮਾਜ ਮੋਰਚਾ।